ਆਰਟੀਓ ਸਸਪੈਂਡ ਕੀਤਾ ਗਿਆ ਤੁਹਾਡੇ ਵੱਲੋਂ, ਕੀ ਕਹਿਣਾ ਚਾਹੁੰਦੇ ਹੋ? देखो आरटीए बठिंडा जिन्हां ने अपनी काम दे विच लापरवाही वरतदियां जिहड़े कि कांग्रेस सरकार दे वेले 72 परमिट देण दी जिहड़ी उन्हां दे कोल ताकत सी, सरकार नूं आरटीए बठिंडा नूं 72 परमिट जारी कीते गए सन जिहड़े कि पीआरटीसी रोडवेज जां प्राइवेट जिहड़े ऑपरेटर ने उन्हां नूं देणे आ। उन्हां ने अपनी अहुदे दी दुरवरतों करदिआं 49 परमिट वध दित्ते, 121 परमिट जारी कर दित्ते, जिस दी चैकिंग कर ली। ਜਿਹੜੀਆਂ ਵੱਖ-ਵੱਖ ਸ਼ਿਕਾਇਤਾਂ ਮਿਲਦੀਆਂ ਸਨ ਆਰਟੀਏ ਦਫ਼ਤਰ ਬਠਿੰਡਾ ਤੋਂ, ਟਰਾਂਸਪੋਰਟਰਾਂ ਦੀਆਂ, ਛੋਟੇ ਟਰਾਂਸਪੋਰਟਰਾਂ ਦੀਆਂ, ਮਿੰਨੀ ਬੱਸਾਂ ਵਾਲੇ ਟਰਾਂਸਪੋਰਟਰਾਂ ਦੀਆਂ, ਤੇ ਜਦੋਂ ਅੱਜ ਤੋਂ 15 ਦਿਨ ਪਹਿਲਾਂ ਅਸੀਂ ਚੈਕਿੰਗ ਕਰ ਲਈ ਬਠਿੰਡੇ ਦੇ ਆਰਟੀਏ ਦਫ਼ਤਰ ਵਿਖੇ ਗਏ ਤੇ ਜਿਹੜੀਆਂ ਉੱਥੇ ਸ਼ਿਕਾਇਤਾਂ ਮਿਲਦੀਆਂ ਸਨ ਕਿ ਜਿਹੜੇ ਨਿਊ ਦੀਪ ਵਾਲੇ ਜਾਂ ਜਿਹੜੇ ਔਰਬਿਟ ਬੱਸ ਵਾਲੇ ਕਰਿੰਦੇ ਆ ਮੇਨ, ਉੱਥੇ ਆ ਕੇ ਆਪਣੀ ਮਰਜ਼ੀ ਨਾਲ ਟਾਈਮ ਟੇਬਲ ਬਣਾਉਂਦੇ ਆ। ਅਚਨਚੇਤ ਚੈਕਿੰਗ ਕੀਤੀ ਤੇ ਉੱਥੇ ਵੇਖਿਆ ਕਿ ਵਾਕਈ ਨਿਊ ਦੀਪ ਵਾਲੇ ਕਰਿੰਦੇ ਤੇ ਨਾਲ ਔਰਬਿਟ ਬੱਸ ਵਾਲੇ ਕਰਿੰਦੇ ਉੱਥੇ ਆਪਣੀ ਮਰਜ਼ੀ ਨਾਲ ਟਾਈਮ ਟੇਬਲ ਬਣਾਉਂਦੇ ਆ, ਤੇ ਜਿੱਥੇ ਜਿਹੜੇ ਆ ਪਰਮਿਟ ਆ 49 ਪਰਮਿਟ ਵੱਧ ਦਿੱਤੇ ਪਾਏ ਗਏ ਤੇ ਉਸ ਦੇ ਚੱਲਦਿਆਂ ਜਾਂਚ ਜਿਹੜੀ ਉਹ ਸ਼ੁਰੂ ਕਰਵਾਈ ਗਈ, ਇਨਕੁਆਇਰੀ ਮਾਰਕ ਕੀਤੀ ਗਈ, ਜਿਸ ਦੀ ਇਨਕੁਆਇਰੀ ਦੇ ਵਿੱਚ ਪਾਇਆ ਗਿਆ ਕਿ ਵਾਕਈ ਆਰਟੀਏ ਬਠਿੰਡਾ ਜਿਹੜਾ ਉਹ ਦੋਸ਼ੀ ਆ ਜਿਸ ਨੇ ਆਪਣੀ ਕੁਰਸੀ ਦੀ ਅਹੁਦੇ ਦੀ ਦੁਰਵਰਤੋਂ ਕੀਤੀ, ਤੇ ਜਿਹੜਾ ਵੀ ਦੁਰਵਰਤੋਂ ਕਰੇਗਾ ਆਪਦੇ ਅਹੁਦੇ ਦੀ, ਆਪਦੀ ਕੁਰਸੀ ਦੀ, ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੋਸ਼ਲ ਮੀਡੀਆ ਤੇ ਬੜੀ ਚਰਚਾ ਹੋ ਰਹੀ ਹੈ ਪਿਛਲੇ ਦਿਨਾਂ ਵਿੱਚ ਨਿੱਜੀ ਟਰਾਂਸਪੋਰਟਾਂ ਦੇ ਨਾਲ ਜਿਹੜੇ ਤੁਹਾਡੀ ਗਈ ਮਿਲੀ ਭੁਗਤ ਹੈਗੀ, ਉਹ ਕੀ ਕਹਿਣਾ ਚਾਹੁੰਦੇ? ਵੇਖੋ ਇਹੋ ਜਿਹੜਾ ਮੈਂ ਨਿਊ ਦੀਪ ਦਾ ਨਾਂ ਲਿਆ, ਨਿਊ ਦੀਪ ਵਾਲਿਆਂ ਦੀਆਂ ਜਦੋਂ ਬੱਸਾਂ ਜਾਇਜ਼ ਨਜਾਇਜ਼ ਚੱਲਣਗੀਆਂ ਤੇ ਫਿਰ ਲੋਕਾਂ ਦਾ ਰੌਲਾ ਪਾਉਣਾ ਹੀ ਆ, ਕਿਉਂਕਿ ਸਰਕਾਰ ਸਾਡੀ ਹੈ। ਜੇ ਅਫਸਰ ਗਲਤ ਕਰਨਗੇ ਤੇ ਜਿਨ੍ਹਾਂ ਦੀ ਸਰਕਾਰ ਆ ਇਲਜ਼ਾਮ ਉਹਨਾਂ ਤੇ ਹੀ ਲੱਗਣੇ ਆ, ਤੇ ਜਿਹੜਾ ਕਿ ਉਹ ਅਫਸਰ ਗਲਤ ਕਰ ਰਿਹਾ ਸੀ ਕੰਮ, ਜਿਹੜਾ ਕਿ ਵਾਰ-ਵਾਰ ਤਾੜਨਾ ਕਰਦੇ ਬਾਵਜੂਦ ਵੀ ਉਹ ਸੈੱਟ ਨਹੀਂ ਆਇਆ, ਜਿਹੜੀ ਉਹ ਉੱਥੇ ਵਾਕਈ ਟਾਈਮ ਟੇਬਲਾਂ ਦੇ ਵਿੱਚ ਕਤਾਈ ਹੋਈ ਸੀ, ਵਾਕਈ ਨਿਊ ਦੀਪ ਤੇ ਬਾਦਲਾਂ ਦੀਆਂ ਬੱਸਾਂ ਨੂੰ ਵਾਕਈ ਜਾਇਜ਼ ਨਜਾਇਜ਼ ਟਾਈਮ ਦੇ ਕੇ ਉਹ ਲੋਕਾਂ ਦੇ ਟਾਈਮਾਂ ਨੂੰ ਖਰਾਬ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਹਰ ਜਗ੍ਹਾ ਤੇ ਫਾਇਦਾ ਦਿੱਤਾ ਜਾਂਦਾ। ਬੱਸਾਂ ਦੀ ਕੋਈ ਕਾਰਵਾਈ ਕੀਤੀ ਗਈ ਨਾ? ਵੇਖੋ ਉਹ ਜਿਹੜੇ ਟਾਈਮ ਟੇਬਲ ਆ ਹਾਈ ਕੋਰਟ ਦੇ ਵਿੱਚ ਪੇਸ਼ ਹੋ ਜਾਣੇ ਆ, ਤੇ ਮੈਂ 11 ਆਰਟੀਏ ਸਾਡੇ ਪੂਰੇ ਪੰਜਾਬ ਦੇ ਸਾਰੇ ਆਰਟੀਏ ਸਰਬਾਨਾਂ ਨੂੰ ਬੇਨਤੀ ਕਰਦਾ, ਹਦਾਇਤ ਵੀ ਕਰਦਾ ਕਿ ਆਪੋ ਆਪਣੇ ਜਿਹੜੇ ਟਾਈਮ ਟੇਬਲ ਬਿਲਕੁਲ ਸਹੀ ਤਰੀਕੇ ਨਾਲ ਬਣਾਏ ਜਾਣ। ਜੇ ਕੋਈ ਕਿਤੇ ਵੀ ਗਲਤੀ ਕਰਦਾ, ਜਿਵੇਂ ਆਰਟੀਏ ਬਠਿੰਡਾ ਨੇ ਗਲਤ ਕੀਤਾ ਤੇ ਉਹਦੀ ਉਹਨਾਂ ਨੂੰ ਸਜ਼ਾ ਭੁਗਤਣੀ ਪਈ, ਉਸੇ ਤਰ੍ਹਾਂ ਹੀ ਜੇ ਕੋਈ ਆਰਟੀਏ ਜਾਂ ਕੋਈ ਹੋਰ ਵੀ ਅਧਿਕਾਰੀ ਗਲਤ ਕਰੇਗਾ ਜਾਂ ਕੋਈ ਜੀਐਮ ਗਲਤ ਕਰੇਗਾ, ਟਾਈਮ ਟੇਬਲ ਦੇ ਵਿੱਚ ਕਤਾਈ ਵਰਤੇਗਾ ਤੇ ਉਸ ਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਟਰਾਂਸਪੋਰਟ ਮਹਿਕਮੇ ਦੀ ਕੀ ਹਦਾਇਤ ਹੈ, ਕਿੰਨੇ ਜਿਹੜੇ ਕਿ ਪਰਮਿਟ ਤੇ ਅਲਾਉਡ ਹੈਗੇ ਤੇ ਕਿੰਨੇ ਉਹ ਦੇ ਦਿਆ ਵਾ? ਪਰਮਿਟ 72 ਜਿਹੜੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਸੀ ਤੇ ਆਰਟੀਏ ਬਠਿੰਡਾ ਨੂੰ 121 ਦਿੱਤੇ ਗਏ, 49 ਪਰਮਿਟ ਵੱਧ ਦਿੱਤੇ ਗਏ, ਤੇ ਜਿਹੜਾ ਕਿ ਇੱਕ ਵੀ ਪਰਮਿਟ ਆਰਟੀਏ ਬਠਿੰਡਾ ਵੱਧ ਨਹੀਂ ਸੀ ਦੇ ਸਕਦਾ। ਹੋਰ ਟਰਾਂਸਪੋਰਟਰਾਂ ਨੂੰ ਕੀ ਤੁਸੀਂ ਹਦਾਇਤ ਕਰਨਾ ਚਾਹੁੰਦੇ? ਟਰਾਂਸਪੋਰਟਰਾਂ ਨੂੰ ਜਿਹੜੇ ਨਜਾਇਜ਼ ਬੱਸਾਂ ਚਲਾਉਂਦੇ ਉਹਨਾਂ ਨੂੰ ਇਹ ਹਦਾਇਤ ਆ ਕਿ ਪਹਿਲਾਂ ਵਾਲੇ ਕੰਮ ਪਹਿਲੀਆਂ ਸਰਕਾਰਾਂ ਨਹੀਂ ਰਹੀਆਂ, ਹੁਣ ਸਹੀ ਰਫ਼ਤਾਰ ਤੇ ਸਹੀ ਤਰੀਕੇ ਨਾਲ ਚੱਲਣਾ ਪਊਗਾ। ਜਿੱਥੇ ਆਪਣਾ ਟਾਈਮ ਬਣਦਾ ਉਹ ਟਾਈਮ ਚੁੱਕਣ, ਨਾ ਤੇ ਪੀਆਰਟੀਸੀ ਨਾ ਪੰਜਾਬ ਰੋਡਵੇਜ ਤੇ ਨਾ ਕਿਸੇ ਨਿੱਕੇ ਟਰਾਂਸਪੋਰਟਰ ਦਾ ਟਾਈਮ ਖਾਧਾ ਜਾਵੇ, ਤੇ ਭਾਵੇਂ ਇੱਕ ਬੱਸ ਵਾਲਾ ਟਰਾਂਸਪੋਰਟਰ ਹੋਵੇ ਤੇ ਭਾਵੇਂ 100 ਬੱਸ ਵਾਲਾ, ਹਰੇਕ ਨੂੰ ਬਣਦਾ ਟਾਈਮ ਦਿੱਤਾ ਜਾਵੇਗਾ। ਜੇ ਕਿਸੇ ਦੇ ਹਿੱਸੇ ਵੱਡੇ ਟਰਾਂਸਪੋਰਟਰ ਦੇ ਹਿੱਸੇ ਇੱਕ ਬੱਸ ਨੂੰ 4 ਮਿੰਟ ਆਵੇਗਾ ਤੇ ਉੱਥੇ ਛੋਟੇ ਟਰਾਂਸਪੋਰਟਰ ਦੀ ਬੱਸ ਨੂੰ ਵੀ ਇੱਕ ਬੱਸ ਨੂੰ 4 ਮਿੰਟ ਦਾ ਸਮਾਂ ਮਿਲੇਗਾ। ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਾ ਰਹੀ ਹੈ ਵੀ 1 ਤਰੀਕ ਤੋਂ ਮਹਿਲਾਵਾਂ ਦਾ ਸਫ਼ਰ ਜਿਹੜਾ ਬੰਦ ਕਰ ਦਿੱਤਾ ਜਾ, ਜੋ ਕਿ ਪੰਜਾਬ ਸਰਕਾਰ ਨੇ ਮੁਫਤ ਕੀਤਾ। ਬਿਲਕੁਲ ਉਹ ਫੇਕ ਪੋਸਟ ਆ, ਨਿਰਧਾਰ ਗੱਲਾਂ ਨੇ। ਅਜੇ ਸਰਕਾਰ ਵੱਲੋਂ ਕੋਈ ਇਹੋ ਜਿਹਾ ਫੈਸਲਾ ਨਹੀਂ ਲਿਆ ਗਿਆ। ਸਰਕਾਰ ਜੋ ਵੀ ਫੈਸਲਾ ਲਏਗੀ ਉਹ ਲੋਕਾਂ ਦੇ ਹਿੱਤ 'ਚ ਲਏਗੀ। ਲੋਕਾਂ ਦੇ ਹਿੱਤ ਵਾਲੀ ਸਰਕਾਰ ਬਣੀ ਆ, ਲੋਕਾਂ ਦੇ ਹਿੱਤ 'ਚ ਹੀ ਫੈਸਲੇ ਲਏ ਜਾਣਗੇ। ਪੁਲਿਸ ਸਾਹਿਬ ਲੱਗਦਾ ਕਿ ਅਜੇ ਵੀ ਜਿਹੜੇ ਅਫਸਰਸ਼ਾਹੀ ਆ, ਇਹ ਅਜੇ ਵੀ ਸਰਮਾਏਦਾਰ ਜਿਹੜੀਆਂ ਧਿਰਾਂ ਆ ਉਹਨਾਂ ਦੇ ਹੱਥਾਂ 'ਚ ਖੇਡਣ ਡਈ। ਵੇਖੋ ਹੁਣ ਤੇ ਸਮਝਣਾ ਪਵੇਗਾ, ਜਿਹੜਾ ਬੰਦਾ ਸਰਮਾਏਦਾਰ ਹੱਥਾਂ ਦੇ ਵਿੱਚ ਖੇਡਿਆ ਉਹਨੂੰ ਉਹਦੀ ਬਣਦੀ ਸਜ਼ਾ ਮਿਲ ਗਈ। ਇਹ ਇਕੱਲਾ ਇਹ ਨਹੀਂ ਕਿ ਮੈਂ ਇਨਕੁਆਇਰੀ ਕੀਤੀ ਆ, ਸੀਐਮ ਹਾਊਸ ਫਾਈਲ ਗਈ ਆ, ਪਰਸੋਨਲ ਤੋਂ ਇਹ ਜਿਹੜਾ ਸਸਪੈਂਡ ਹੋਇਆ ਅਫਸਰ ਪਰਸੋਨਲ ਤੋਂ ਸਸਪੈਂਡ ਹੋ ਗਿਆ ਆ, ਬਕਾਇਦਾ ਉਹਦੇ 'ਚ ਦੋਸ਼ ਪਾਏ ਗਏ ਤਾਂ ਸਸਪੈਂਡ ਹੋਇਆ। ਤੇ ਜੇ ਕੋਈ ਹੋਰ ਅਫਸਰ ਵੀ ਗਲਤ ਕਰੇਗਾ ਉੱਤੇ ਵੀ ਬਣਦੀ ਜਿਹੜੀ ਜੋ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ। ਚੂੜੀ ਮੈਨਿੰਗ ਵਾਲਾ ਫੜਿਆ ਗਿਆ ਉਹਨਾਂ ਬਾਰੇ ਚੂੜੀ ਜਿਹੜੀ ਆ ਉਹ ਸਾਡੇ ਜਿਹੜੇ ਡੇਅਰੀਆਂ ਵਾਲੇ ਆ, ਡੇਅਰੀ ਮਾਲਕ ਆ, ਮਹਿੰਗੇ ਮੁੱਲ ਤੇ ਮੁੱਲ ਲੈ ਲੈ ਕੇ ਵਿਚਾਰੇ ਆਪਣੇ ਡੰਗਰਾਂ ਨੂੰ ਪਾਲਣਦੇ ਆ। ਤੇ ਸਾਡੇ ਪੰਜਾਬ ਦੀ ਤਰਾਸਦੀ ਹੈ ਕਿ ਜਿੰਨਾ ਸਾਡੇ ਚਾਹੀਦਾ ਵਾ ਦੁੱਧ ਉਹਦੇ ਨਾਲੋਂ ਕਈ ਗੁਣਾ ਵੱਧ ਲਾਗਤ ਆ। ਜਿਹੜੀ ਲਾਗਤ ਆ, ਲਾਗਤ ਤੋਂ ਕਈ ਗੁਣਾ ਵੱਧ ਨਕਲੀ ਦੁੱਧ ਪਾਉਂਦੇ ਆ। ਨਕਲੀ ਦੁੱਧ ਜਿਹੜਾ ਕੈਮੀਕਲ ਪਾ ਕੇ ਜ਼ਹਿਰ
ਜਿਹੜਾ ਕੈਂਸਰ ਰੂਪੀ ਜ਼ਹਿਰ ਜਿਹੜਾ ਸਾਡੇ ਪੰਜਾਬ ਦੇ ਵਿੱਚ ਪੈਰ ਪਸਾਰ ਰਿਹਾ, ਉਹਦਾ ਕਾਰਨ ਕਿਤੇ ਨਾ ਕਿਤੇ ਇਹ ਜਿਹੜੀ ਕਾਲਾ ਬਾਜ਼ਾਰੀ ਹੋ ਰਹੀ ਹੈ ਤੂੜੀ ਦੀ। ਕਾਲਾ ਬਾਜ਼ਾਰੀ ਦੂਜੇ ਸੂਬਿਆਂ 'ਚ ਮਿੱਲਾਂ 'ਚ ਬਾਲਣ ਵਾਸਤੇ ਜਾਂ ਸਾਡੇ ਪੰਜਾਬ ਦੇ ਵਿੱਚ ਫੈਕਟਰੀਆਂ ਦੇ ਵਿੱਚ ਬਾਲਣ ਦੇ ਤੌਰ ਤੇ ਤੂੜੀ ਵਰਤੀ ਜਾਂਦੀ ਆ, ਤੇ ਜਿਹੜੇ ਓਵਰਫਲੋ ਟਰੱਕ ਲੱਦ ਕੇ ਜਾਂਦੇ ਆ, ਨਜਾਇਜ਼ ਟਰੱਕ ਜਾਂਦੇ, ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ। ਤੇ ਤੂੜੀ ਨੂੰ ਜਿਹੜਾ ਪੰਜਾਬ ਤੋਂ ਬਾਹਰ ਬਾਲਣ ਲਈ ਜਾਂ ਮਿੱਲਾਂ ਦੇ ਵਿੱਚ ਜਿਹੜਾ ਓਵਰਫਲੋ ਟਰੱਕ ਜਾਂਦੇ ਆ, ਉਹ ਬੰਦ ਕੀਤਾ ਜਾਵੇਗਾ। ਅੰਡਰ ਲੋਡ ਹੀ ਟਰੱਕ ਲੱਦੇ ਜਾਣਗੇ, ਜਿਹੜੇ ਬੋਡੀ ਦੇ ਵਿੱਚ ਤੂੜੀ ਪਾ ਕੇ ਜਿੱਥੇ ਮਰਜ਼ੀ ਲੈ ਕੇ ਜਾਣ। ਜੇ ਉਹ ਟਰੱਕ ਵੱਡੇ ਭੁੰਗ ਲੈ ਕੇ ਜਾਣਗੇ, ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੇ ਜਿਹੜਾ ਸਾਡੇ ਬੱਚਿਆਂ ਲਈ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਦੁੱਧ ਜਿਹੜਾ ਪੌਸ਼ਟਿਕ ਆਹਾਰ ਆ, ਜੇ ਉਹ ਸਾਡੇ ਬੱਚਿਆਂ ਨੂੰ ਦੁੱਧ ਨਾ ਮਿਲਿਆ ਤੇ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਕਮਜ਼ੋਰ ਪੈਦਾ ਹੋਵੇਗੀ। ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਜਿਹੜਾ ਕੈਂਸਰ ਵਰਗਾ ਭਿਆਨਕ ਰੂਪ ਉਹ ਜਕੜ ਕੇ ਰੱਖ ਲਵੇਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ। ਤੇ ਜਿਹੜਾ ਨਕਲੀ ਦੁੱਧ ਜਾਂ ਹੀਰੋਇਨ ਸਮੈਕ, ਦੋ ਚਿੱਟੇ ਆ ਸਾਡੇ ਪੰਜਾਬ ਦੇ ਵਿੱਚ, ਇੱਕ ਹੀਰੋਇਨ ਸਮੈਕ ਤੇ ਇੱਕ ਨਕਲੀ ਜਿਹੜਾ ਦੁੱਧ ਆ ਚਿੱਟਾ। ਇਹ ਦੋਵੇਂ ਲਾਮਤਾਂ ਜਿਹੜੀਆਂ ਇਹਨਾਂ ਤੋਂ ਨਿਜਾਤ ਦਵਾਈ ਜਾਵੇਗੀ। ਜਿਹੜਾ ਪੰਜਾਬ ਦੇ ਇਹਨਾਂ ਨੇ ਘਰ ਘਰ ਦੇ ਵਿੱਚ ਵਾਰਤਾ, ਨਕਲੀ ਦੁੱਧ ਵੀ ਤੁਸੀਂ ਵੇਚਦੇ ਜੇ ਘਰ ਘਰ ਦੇ ਵਿੱਚ, ਕਿਉਂਕਿ ਡੇਅਰੀਆਂ ਦੇ ਵਿੱਚ ਆਮ ਤਿਆਰ ਕੀਤਾ ਜਾਂਦਾ ਨਕਲੀ ਦੁੱਧ। ਉਸੇ ਤਰ੍ਹਾਂ ਹੀ ਕੈਮੀਕਲ ਤੋਂ ਹੀਰੋਇਨ ਸਮੈਕ ਤਿਆਰ ਹੋ ਰਹੀ ਆ, ਜਿਹੜਾ ਸਾਡੇ ਪੰਜਾਬ ਨੂੰ ਇਹਨਾਂ ਬਰਬਾਦੀ ਦੇ ਕੰਢੇ ਤੇ ਖੜਾ ਕਰਤਾ। ਸਾਨੂੰ ਤੇ ਪੁਲਿਸ ਅਫਸਰਾਂ ਨੂੰ ਇੱਕੋ ਹਦਾਇਤ ਹੈ ਮਾਨਯੋਗ ਮੁੱਖ ਮੰਤਰੀ ਵੱਲੋਂ ਕਿ ਹੀਰੋਇਨ ਸਮੈਕ ਭਾਵੇਂ ਸਾਡਾ ਆਪਣਾ ਬੰਦਾ ਵੀ ਹੋਵੇ, ਜੇ ਉਹ ਵੀ ਪਿੱਛੇ ਛਡਾਉਣ ਜਾਵੇ ਤੇ ਅਸੀਂ ਪੁਲਿਸ ਅਫਸਰਾਂ ਨੂੰ ਹਦਾਇਤ ਕੀਤੀ ਕਿ ਬੇਸ਼ੱਕ ਉਹਦੇ ਤੇ ਵੀ FIR ਦਰਜ ਕਰ ਦਿਓ। ਕਿਸੇ ਵੀ ਹੀਰੋਇਨ ਸਮੈਕ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇ। ਪੁਲਿਸ ਸਾਹਿਬ, ਜਦੋਂ ਦਾ ਤੁਸੀਂ ਟਰਾਂਸਪੋਰਟ ਵਿਭਾਗ ਸੰਭਾਲਿਆ ਹੈ, ਹੁਣ ਤੱਕ ਮਤਲਬ ਕਿੰਨਾ ਜਿਹੜੀ ਆਮਦਨ ਜਿਹੜੀ ਆ ਵਿਭਾਗ ਦੀ ਵਧੀ ਹੈ ਜੀ? ਦੇਖੋ, ਸਾਡੀ ਜਿਹੜੀ ਆਰਸੀਆਂ ਬਣਾਉਣ ਦੀ ਆਮਦਨ ਆ, ਉਹ ਵੀ ਸਾਡੀ 38 ਤੋਂ 40% ਪਿਛਲੇ ਸਾਲ ਨਾਲੋਂ ਅਪ੍ਰੈਲ ਮਹੀਨੇ ਦੀ ਵਧੀ ਆ। 3-4 ਦਿਨ ਪਹਿਲਾਂ ਬੋਲੀ ਹੋਈ ਆ ਸਾਡੇ ਬੱਸ ਸਟੈਂਡ ਅੰਮ੍ਰਿਤਸਰ ਦੀ, ਜਿਹੜਾ ਕਿ 50% ਵਾਧੇ ਦੇ ਨਾਲ ਗਿਆ ਪਿਛਲੇ ਸਾਲ ਅਪ੍ਰੈਲ ਦੇ ਮਹੀਨੇ 2021 ਨਾਲੋਂ 2022 ਚ। 38,33,000 ਚ ਇੱਕ ਮਹੀਨੇ ਦੀ ਆਮਦਨ ਤੇ ਗਿਆ ਸੀ ਪਿਛਲੇ ਸਾਲ ਇਸ ਮਹੀਨੇ ਦੇ ਵਿੱਚ, ਤੇ ਇਸ ਵਾਰ 62,33,000 ਤੇ ਗਿਆ। 24 ਲੱਖ ਰੁਪਇਆ ਇੱਕ ਮਹੀਨੇ ਦੀ ਜਿਹੜੀ ਬੋਲੀ ਆ ਉੱਥੇ ਵਧੀ। ਉਸੇ ਤਰ੍ਹਾਂ ਹੀ ਪੂਰੇ ਪੰਜਾਬ 'ਚ ਜਿੰਨੇ ਬੱਸ ਸਟੈਂਡ ਅਜੇ ਬੋਲੀ ਸ਼ੁਰੂ ਹੀ ਹੋਈ ਆ, ਹਰੇਕ ਬੱਸ ਸਟੈਂਡ ਦੀ ਜਦੋਂ ਬੋਲੀ ਦੀ ਤਰੀਕ ਆਵੇਗੀ, ਇਸੇ ਤਰ੍ਹਾਂ ਪਾਰਦਰਸ਼ੀ ਬੋਲੀ ਕਰਾਈ ਜਾਵੇਗੀ। ਪੂਰੇ ਪੰਜਾਬ ਦੇ ਵਿੱਚ ਇੱਕ ਸਾਰ ਪਾਰਦਰਸ਼ਤਾ ਨਾਲ ਠੇਕੇ ਕਰਾਏ ਜਾਣਗੇ। ਇਹ ਨਹੀਂ ਹੋਵੇਗਾ ਕਿ ਜੇ ਕੋਈ ਆਮ ਆਦਮੀ ਪਾਰਟੀ ਨਾਲ ਉਹ ਇਕੱਲਾ ਬੋਲੀ ਦੇ ਸਕੇ। ਹਰੇਕ ਬੰਦੇ ਨੂੰ, ਹਰੇਕ ਵਿਅਕਤੀ ਨੂੰ ਹੱਕ ਹੋਵੇਗਾ ਕਿ ਉਹ ਬੋਲੀ ਦੇ ਵਿੱਚ ਭਾਗ ਲੈ ਸਕੇ, ਭਾਵੇਂ ਕੋਈ ਆਮ ਬੰਦਾ ਤੇ ਭਾਵੇਂ ਕੋਈ ਖਾਸ ਬੰਦਾ। ਜੋ ਵੱਧ ਰੇਟ ਦੇਵੇਗਾ ਉਹਨੂੰ ਹੀ ਉਹ ਬੱਸ ਸਟੈਂਡ ਤੇ ਠੇਕੇ ਦਿੱਤੇ ਜਾਣਗੇ, ਉਸ ਨੂੰ ਹੀ ਜੋ ਵੀ ਠੇਕੇਦਾਰੀ ਸਿਸਟਮ ਆ ਉਸ ਬੰਦੇ ਨੂੰ ਦਿੱਤਾ ਜੋ ਸਰਕਾਰ ਨੂੰ ਵੱਧ ਰੇਟ ਭਰੇਗਾ। ਵਿਚੋਲਾਗਿਰੀ ਆਰਸੀ ਦੀ ਗੱਲ ਕੀਤੀ ਜਾਵੇ ਤਾਂ ਵਿਚੋਲਾਗਿਰੀ ਅੱਜ ਵੀ ਹੁੰਦੀ ਹੈ। ਜੋ ਕਿ ਸਿੱਧੀ ਆਰਸੀ ਬਣਾਉਣ ਜਾਂਦਾ ਤੇ ਉਹਦੀ ਆਰਸੀ 'ਚ ਕਈ ਨੁਕਸ ਕੱਢੇ ਜਾਂਦੇ ਆ, ਉਹੀ ਬੰਦਾ ਵਿਚੋਲਾਗਿਰੀ ਰਹੀ ਜਾਵੇ ਤਾਂ ਉਹੀ ਫੈਲ ਸਹੀ ਹੋ ਜਾਂਦੀ ਆ। ਦੇਖੋ, ਜਿਹੜੀਆਂ ਆਰਸੀਆਂ ਉਹ ਕੁਝ ਸਮਾਂ ਹੀ ਲੱਗਣਾ ਸਿੱਧੀਆਂ ਏਜੰਸੀ ਨੂੰ ਦੇ ਦਿੱਤੀਆਂ ਜਾਣੀਆਂ ਤੇ ਟਾਈਮ ਬਾਉਂਡ ਕੀਤਾ ਜਾਵੇਗਾ। ਜੇ ਐਸਡੀਐਮ ਵੀ ਬਣਾਉਣਗੇ ਜਾਂ ਏਜੰਸੀਆਂ ਬਣਾਉਣਗੀਆਂ, ਟਾਈਮ ਬਾਉਂਡ ਕੀਤਾ ਜਾਵੇਗਾ। 1 ਜਾਂ 2 ਦਿਨ ਦੇ ਵਿੱਚ ਜਦੋਂ ਹੀ ਕੋਈ ਵਹੀਕਲ ਵਿਕਦਾ, 1 ਜਾਂ 2 ਦਿਨ ਦੇ ਵਿੱਚ ਉਹ ਪਾਬੰਦ ਹੋਵੇਗਾ ਕਿ ਆਰਸੀ ਬਣਾ ਕੇ ਦੇਵੇ। ਜਿਹੜੀ ਇਹ ਹੇਰਾਫੇਰੀ ਕਰਪਸ਼ਨ, ਉਹ ਸਾਰਾ ਕੁਝ ਬੰਦ ਹੋਵੇਗਾ। ਬਿਲਕੁਲ ਸਾਫ਼ ਸੁਥਰੀ ਤੇ ਨਿਰਪੱਖ ਸਰਕਾਰ ਚੱਲ ਰਹੀ ਆ ਤੇ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ। ਕਰਪਸ਼ਨ, ਹੇਰਾਫੇਰੀ, ਸਾਰਾ ਲੁੱਟ ਖੋ ਸਭ ਕੁਝ ਬੰਦ ਹੋਵੇਗਾ। ਆਰਸੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੀ ਸਰਕਾਰ ਬਣੀ ਨੂੰ 2 ਮਹੀਨੇ ਉੱਤੇ ਦਾ ਸਮਾਂ ਹੋ ਗਿਆ, ਜਦਕਿ 2-2 ਸਾਲ ਤੋਂ ਲੋਕਾਂ ਦੀਆਂ ਆਰਸੀਆਂ FDO ਦਫ਼ਤਰ ਪੱਟੀ ਝੜੀਆਂ ਹੋਈਆਂ ਨੇ। ਕਲੀਅਰੈਂਸ ਨਹੀਂ ਦਿੱਤੀ ਜਾ ਰਹੀ FDO ਵੱਲੋਂ। ਦੇਖੋ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਤਾ ਕਿ ਜਲਦੀ ਏਜੰਸੀ ਨੂੰ ਦੇ ਦੇਣੀਆਂ। ਜੇਕਰ ਐਸਡੀਐਮ ਦਫ਼ਤਰ ਕੋਲ ਹੋਣਗੀਆਂ ਤਾਂ ਉਹਨਾਂ ਨੂੰ ਟਾਈਮ ਬਾਉਂਡ ਕੀਤਾ ਜਾਵੇਗਾ। 1 ਜਾਂ 2 ਦਿਨ ਦੇ ਵਿੱਚ ਉਹ ਦੇਣੀਆਂ ਪੈਣਗੀਆਂ। ਜਦੋਂ ਟਾਈਮ ਬਾਉਂਡ ਹੋਵੇਗਾ ਉਹਦੇ ਬਾਅਦ ਕਿਤੇ ਵੀ ਕਿਤਾਈ ਬਰਦਾਸ਼ਤ ਨਹੀਂ ਹੋਵੇਗੀ। ਇੱਕ ਸੀਐਮ ਸਾਹਿਬ ਵੱਲੋਂ ਆਰਡਰ ਆਇਆ ਸੀ ਵੀ ਜਿਹੜੇ ਇਲਾਕੇ 'ਚ ਨਸ਼ਾ ਵਿਕੇਗਾ ਉੱਥੋਂ ਦਾ ਪੁਲਿਸ ਅਧਿਕਾਰੀ ਜ਼ਿੰਮੇਵਾਰ ਹੋਏਗਾ। ਪੱਟੀ 'ਚ ਵਿਕ ਰਹੇ ਨਸ਼ੇ ਦਾ ਜ਼ਿੰਮੇਵਾਰ ਕਿਸ ਅਧਿਕਾਰੀ ਨੂੰ ਤੁਸੀਂ ਕਹਿੰਦੇ? ਵੇਖੋ, ਬੜਾ ਵੱਡੇ ਪੱਧਰ ਤੇ 75 ਸਾਲ ਹੋ ਗਏ ਨਾ, ਤਾਣਾ ਬਾਣਾ ਹੀ ਵਿਗਾੜਤਾ ਸਾਰਾ। ਉਹ ਕਹਿੰਦੇ ਹੁੰਦੇ ਨੇ ਤੰਦ ਨਹੀਂ ਤਾਣਾ ਹੀ ਵਿਗੜਿਆ ਪਿਆ। ਨਸ਼ਾ ਅੱਗੇ ਨਾਲੋਂ ਘਟਿਆ। ਮੈਂ ਇਹ ਨਹੀਂ ਕਹਿੰਦਾ ਵੀ ਨਸ਼ਾ ਬਿਲਕੁਲ ਬੰਦ ਹੋ ਗਿਆ, ਨਸ਼ਾ ਅੱਗੇ ਨਾਲੋਂ ਘਟਿਆ। ਅਸੀਂ ਪੂਰੀ ਵਾਹ ਲਾ ਰਹੇ ਹਾਂ, ਸਰਕਾਰ ਵੀ ਵਾਹ ਲਾ ਰਹੀ ਆ। ਸਾਡੇ ਮਾਨਯੋਗ ਐਸਐਸਪੀ ਤਰਨਤਾਰਨ ਨੇ ਬਿਲਕੁਲ ਇਮਾਨਦਾਰ ਨੇ। ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਆਪਾਂ ਰਲ ਮਿਲ ਕੇ ਜਿਹੜਾ ਨਸ਼ੇ ਦਾ ਛੇਵਾਂ ਦਰਿਆ ਸਾਡੇ ਪੰਜਾਬ 'ਚ ਪੱਟੀ ਹਲਕੇ ਜਾਂ ਬਾਰਡਰ ਬੈਲਟ ਤਰਨਤਾਰਨ ਜ਼ਿਲ੍ਹਾ, ਜਿੰਨਾ ਨਸ਼ਾ ਇੱਥੇ ਆ, ਹੀਰੋਇਨ ਸਮੈਕ, ਉਹ ਇੰਨਾ ਨਸ਼ਾ ਪੂਰੇ ਪੰਜਾਬ 'ਚ ਕਿਤੇ ਨਹੀਂਗਾ। ਤੇ ਮੈਂ ਪੁਲਿਸ ਅਫਸਰਾਂ ਨੂੰ ਅਪੀਲ ਕਰਦਾ ਕਿ ਤਗੜੇ ਹੋ ਕੇ ਆਪਾਂ ਰਲ ਮਿਲ ਕੇ ਜਿਹੜੀ ਹੀਰੋਇਨ ਸਮੈਕ, ਜਿੰਨੇ ਸਾਡੇ ਪੰਜਾਬ ਦੇ ਪੁੱਤ ਕਿੰਨੇ ਖਤਮ ਹੋ ਗਏ ਤੇ ਕਿੰਨੇ ਖਤਮ ਹੋਣ ਦੀ ਕਗਾਰ ਤੇ ਖੜੇ ਨੇ। ਵੇਖੋ, ਸਾਡੇ ਪੰਜਾਬ ਨੂੰ ਹੋਰ ਕਿਸੇ ਚੀਜ਼ ਨੇ ਨਹੀਂ ਇੰਨਾ ਬਰਬਾਦ ਕੀਤਾ ਜਿੰਨਾ ਹੀਰੋਇਨ ਸਮੈਕ ਇਸ ਚਿੱਟੇ ਨੇ ਬਰਬਾਦ ਕੀਤਾ। ਇਸ ਚਿੱਟੇ ਨੂੰ ਖਤਮ ਕਰਨੀ ਅਸੀਂ ਪੂਰੀ ਵਾਹ ਲਾ ਦਿਆਂਗੇ।
ਪੱਟੀ ਸਿਟੀ ਪੁਲਿਸ ਚ 3 ਮਹੀਨਿਆਂ ਦੇ ਵਿੱਚ ਲਗਭਗ ਸਰਕਾਰ ਬੰਦ ਦੇ ਵਿੱਚ ਸਿਰਫ 3 ਪਰਚੇ ਦਰਜ ਕੀਤੇ ਗਏ ਨੇ ਹੀਰੋ ਨੂੰ। ਦੇਖੋ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕਿਤੇ ਨਾ ਕਿਤੇ ਜਿਹੜਾ ਵਾ ਇਹ ਜਿਹੜਾ 75 ਸਾਲਾਂ ਦਾ ਤਾਣਾ ਵਿਗੜਿਆ ਹੌਲੀ ਹੌਲੀ ਸੁਧਰੇਗਾ। ਪੁਲਿਸ ਪ੍ਰਸ਼ਾਸਨ ਵੀ ਉਹੀ ਆ। ਅਸੀਂ ਤੇ ਵਾਰ-ਵਾਰ ਇਹਨਾਂ ਨੂੰ ਇਹੋ ਕਹਿ ਰਹੇ ਆ ਕਿ ਤਗੜੇ ਹੋ ਕੇ ਸਾਡਾ ਸਾਥ ਦਿਓ। ਜਿਹੜਾ ਪਿਛਲੀਆਂ ਸਰਕਾਰਾਂ 'ਚ ਕੰਮ ਹੁੰਦੇ ਰਹੇ ਉਹਨਾਂ ਨੂੰ ਆਪਾਂ ਭੁੱਲ ਜਾਈਏ। ਹੁਣ ਜਿਹੜੀ ਚੰਗੀ ਸਰਕਾਰ ਇਮਾਨਦਾਰ ਸਰਕਾਰ ਬਣੀ ਆ ਉਹਦਾ ਸਾਥ ਦਈਏ ਤੇ ਜਿਹੜਾ ਇਹ ਕੋੜ ਹੀਰੋਇਨ ਸਮੈਕ ਆ ਇਹਨੂੰ ਬੰਦ ਕਰਨ ਦੇ ਵਿੱਚ ਮਾਨ ਸਰਕਾਰ ਦਾ, ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਥ ਦਈਏ। ਸਾਡੇ ਕੱਟੜ ਇਮਾਨਦਾਰ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਮਾਨਦਾਰੀ ਨਾਲ ਚੱਲ ਰਹੇ ਆ। ਜਿੱਥੇ ਵੀ ਪਤਾ ਲੱਗਦਾ ਕਿ ਕਰਪਸ਼ਨ ਹੋ ਰਹੀ ਹੈ, ਹੇਰਾਫੇਰੀ ਹੋ ਰਹੀ ਆ, ਹਰੇਕ ਪੱਖ ਤੋਂ ਵੇਖ ਕੇ ਵਾਚ ਕੇ ਉਹਦੇ ਤੇ ਕਾਰਵਾਈ ਹੋ ਰਹੀ ਆ। ਕਿੰਨੇ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਭਾਵੇਂ ਸਾਡਾ ਮੰਤਰੀ ਤੇ ਭਾਵੇਂ ਅਫਸਰ ਸਨ ਜਿਨ੍ਹਾਂ ਕਰਪਸ਼ਨ ਕੀਤੀ ਉਹਨਾਂ ਤੇ ਕਾਰਵਾਈ ਹੋਈ। ਨਹੀਂ ਤੇ ਪਿਛਲੀਆਂ ਸਰਕਾਰਾਂ ਭਾਵੇਂ ਨਾ ਕਲੀਨ ਚਿੱਟਾਂ ਦੇ ਦਿੰਦੀਆਂ ਸਨ, ਭਾਵੇਂ ਅਕਾਲੀ ਦਲ ਰਹੀ ਭਾਵੇਂ ਕਾਂਗਰਸ ਰਹੀ, ਕਲੀਨ ਚਿੱਟਾਂ ਦਿੱਤੀਆਂ ਜਾਂਦੀਆਂ ਸਨ। ਇੱਥੇ ਕਲੀਨ ਚਿੱਟਾਂ ਨਹੀਂ ਦਿੱਤੀਆਂ। ਜੇ ਕੋਈ ਹੇਰਾਫੇਰੀ ਕਰੇਗਾ, ਕਰਪਸ਼ਨ ਕਰੇਗਾ, ਉੱਤੇ ਬਣਦੀ ਵਿਭਾਗੀ ਕਾਰਵਾਈ ਹੋਏਗੀ। ਪੰਜਾਬ ਸਰਕਾਰ ਉੱਤੇ ਕਾਰਵਾਈ ਕਰੇਗੀ। ਮੰਤਰੀ ਸਾਹਿਬ ਇੱਕ ਬਿਜਲੀ ਦੇ ਬਿੱਲ ਵੱਧ ਆਉਣ ਕਰਕੇ ਜਿਨ੍ਹਾਂ ਦੀ ਮੀਟਰ ਕੱਟੇ ਗਿਆ ਸੀ ਤੇ ਉਹਨਾਂ ਦੀਆਂ ਤਾਰਾਂ ਵੀ ਕੱਟੀਆਂ ਗਈਆਂ ਕਿ ਉਹਨਾਂ ਦੇ ਉਹ ਸਿਕਿਉਰਿਟੀ ਤਾਰਾਂ ਨੇ ਸਿਕਿਉਰਿਟੀ ਨਹੀਂ ਲਈ ਜਾ ਰਹੀ ਉਹਨਾਂ ਦੀ। ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ 2 ਕਿਲੋਵਾਟ ਤੱਕ ਜਿਹੜਾ ਐਸਸੀ ਤੇ ਬੀਸੀ ਪਰਿਵਾਰਾਂ ਦਾ 300 ਯੂਨਿਟ ਮਾਫ ਹੈ। ਪਿਛਲੇ ਬਿੱਲ ਵੀ ਮਾਫ ਹੋ ਗਏ 2 ਕਿਲੋਵਾਟ ਤੱਕ। ਜਿਹੜੇ ਉਸ ਦਾਇਰੇ 'ਚ ਆਉਂਦੇ ਉਹਨਾਂ ਦੇ ਤੇ ਮਾਫ ਹੋਣਗੇ। ਬਾਕੀ ਜਿਨ੍ਹਾਂ ਦੇ ਉਸ ਦਾਇਰੇ ਦੇ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਤੇ ਬਿੱਲ ਤਾਰਨੇ ਪੈਣਗੇ। ਵੇਖੋ ਸਰਕਾਰ ਵੀ ਕੁਝ ਬਿਜਲੀ ਮੁੱਲ ਲੈਂਦੀ ਆ, ਕੁਝ ਆਪਦੇ ਥਰਮਲ ਉੱਤੇ ਖਰਚਾ ਆਉਂਦਾ ਤੇ ਬਿੱਲ ਤੇ ਆਪਾਂ ਨੂੰ ਤਾਰਨੇ ਪੈਣਗੇ ਨਾ। ਜੇ ਸਰਕਾਰ ਨੂੰ ਆਪਾਂ ਬਿੱਲ ਨਾ ਦੇਵਾਂਗੇ ਫਿਰ ਸਰਕਾਰ ਕਿਵੇਂ ਸਹੂਲਤਾਂ ਦੇਵੇਗੀ, ਕਿਵੇਂ ਸਰਕਾਰ ਚੱਲੇਗੀ? ਜਿਹੜੇ ਮਾਫੀ ਵਾਲੀ ਕੈਟਾਗਰੀ 'ਚ ਆਉਂਦੇ ਉਹਨਾਂ ਨੂੰ ਮਾਫ ਹੋਣਗੇ ਬਿੱਲ ਤੇ ਜਿਹੜੇ ਨਹੀਂ ਮਾਫੀ ਵਾਲੀ 'ਚ ਆਉਂਦੇ ਉਹਨਾਂ ਨੂੰ ਬਿੱਲ ਤਾਰਨੇ ਪੈਣਗੇ।